ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟ ਮੰਤਰੀ ਇਸ ਵੇਲੇ ਸੁਰਖੀਆਂ ਬਟੋਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਡਿਪਾਰਟਮੈਂਟ ਦਾ ਜਿਹੜਾ ਰਿਵੈਨਿਊ ਹੈ ਉਹ ਵੀ ਵਧਾ ਦਿੱਤਾ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਕਈ ਬੱਸਾਂ ਜਿਹੜੇ ਟੈਕਸ ਜਿਨ੍ਹਾਂ ਨੇ ਨਹੀਂ ਭਰਿਆ ਉਹਨਾਂ ਨੂੰ ਫੜਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ ਟਰਾਂਸਪੋਰਟਰਾਂ ਦਾ ਆਪਣਾ ਤਰਕ ਹੈ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਹਰਦੀਪ ਸਿੰਘ ਹਨ ਤੇ ਇਹਨਾਂ ਦੀ ਪਹਿਲਾਂ ਇੰਟਰੋਡਕਸ਼ਨ ਲਾਂਗੇ। ਹਾਲਾਂਕਿ ਇਹ ਦੱਸ ਦਈਏ ਕਿ ਉਮੀਦਵਾਰ ਵੀ ਨੇ ਗਿੱਦੜਬਾਹਾ ਤੋਂ ਅਕਾਲੀ ਦਲ ਦੇ। ਪਹਿਲਾਂ ਤੁਸੀਂ ਦੱਸੋ ਕਿ ਆਪਣੀ ਇੰਟਰੋਡਕਸ਼ਨ ਦੇ ਦਿਓ ਤਾਂ ਕਿ ਸਰੋਤੇ ਜਿਹੜੇ ਹਨ ਜਾਣਕਾਰ ਤੁਹਾਨੂੰ ਪਛਾਣ ਲੈਣ। ਸਰ ਮੇਰਾ ਨਾਮ ਹਰਦੀਪ ਸਿੰਘ ਡਿੰਪੀ ਢਿੱਲੋਂ, ਨਿਊ ਦੀਪ ਬੱਸ ਸਰਵਿਸ ਤੇ ਨਿਊ ਦੀਪ ਮੋਟਰਸ ਗਿੱਦੜਬਾਹਾ ਦਾ ਮੈਂ ਮੈਨੇਜਿੰਗ ਡਾਇਰੈਕਟਰ ਹਾਂ, ਪਲੱਸ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਗਿੱਦੜਵੇ ਤੋਂ ਐਮਐਲਏ ਦਾ ਕੈਂਡੀਡੇਟ ਹਾਂ। ਜਿਸ ਤਰੀਕੇ ਨਾਲ ਟਰਾਂਸਪੋਰਟ ਮੰਤਰੀ ਜੋ ਕਰ ਰਹੇ ਹਨ, ਤੁਹਾਡੇ ਕਿੰਨੇ ਪਰਮਿਟ ਨੇ, ਕਿੰਨਿਆਂ ਖਿਲਾਫ ਤੁਹਾਡੀ ਕਾਰਵਾਈ ਹੋ ਗਈ ਹੈ, ਕੀ ਸਟੇਟਸ ਹੈ? ਸਾਡੇ ਕੋਈ ਅਰਾਊਂਡ 70 ਪਰਮਿਟਾਂ ਦੇ ਕਰੀਬ ਆ ਜੀ, ਤੇ ਸਾਰੇ ਦੇ ਸਾਰੇ ਮੰਤਰੀ ਜੀ ਨੇ ਰੱਦ ਕਰਤੇ। ਮਤਲਬ ਕਿ ਸਾਰੇ ਪਰਮਿਟ ਹੀ ਕੈਂਸਲ ਕਰਤੇ। ਕਿਉਂ ਕੀਤੇ ਹੋ? ਉਹ ਇਸ ਕਰਕੇ ਕਰਤੇ, ਕਹਿੰਦੇ ਜੀ ਤੁਸੀਂ ਟੈਕਸ ਨਹੀਂ ਭਰਿਆ। ਅਪੀਲ ਸਾਡੀ ਹਜੇ ਇਹਨਾਂ ਕੋਲੇ ਪੈਂਡਿੰਗ ਪਈ ਆ, ਉਹਦਾ ਕੋਈ ਫੈਸਲਾ ਨਹੀਂ ਕੀਤਾ, ਪਰਮਿਟ ਸਾਡੇ ਰੱਦ ਕਰਤੇ। ਰੀਜ਼ਨ ਕੀਤਾ ਸਿਰਫ ਟੈਕਸ ਨਹੀਂ ਭਰਿਆ? ਕਿਉਂਕਿ ਇੱਦਾਂ ਦੇ ਤਾਂ ਹੋਰ ਵੀ ਹੋ ਸਕਦੇ ਨੇ। ਜੇ ਟੈਕਸ ਨਹੀਂ ਭਰਿਆ, ਕਦੋਂ ਦਾ ਨਹੀਂ ਭਰਿਆ ਸੀ, ਕੀ ਸਾਰਾ ਜ਼ਿਕਰ ਰਿਹਾ? ਥੋੜੀ ਬੈਕਗਰਾਉਂਡ ਵੀ ਇਸ ਬਾਰੇ ਦੱਸੋ। ਸਾਰੀ ਬੈਕਗਰਾਉਂਡ ਦੱਸੀਏ। ਉਹ ਇਹ ਅਜੇ ਵੀ ਟੈਕਸ ਸਾਨੂੰ ਅਸੀਂ 31/12/2020 ਤੱਕ ਸਾਰਾ ਟੈਕਸ ਭਰਿਆ ਹੋਇਆ। ਠੀਕ ਹੈ। 1992 ਤੋਂ ਲੈ ਕੇ ਅਸੀਂ ਇੱਕ ਪੈਸੇ ਦੇ ਵੀ ਡਿਫਾਲਟਰ ਨਹੀਂ, ਕਦੇ ਵੀ ਡਿਫਾਲਟ ਨਹੀਂ ਹੋਏ ਨਾ। ਸਰਕਾਰ ਦੇ ਜਿਵੇਂ ਆਪਾਂ ਆਖਦੇ ਨੇ ਕਮਾਊ ਪੁੱਤ। ਆਫਟਰ ਦੈਟ ਕੀ ਹੋਇਆ ਕਿ ਸਟਾਰਟਿੰਗ ਦੇ ਵਿੱਚ ਅਸੀਂ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਨੂੰ ਮਿਲੇ ਆਫਟਰ ਦਾ ਕੋਵਿਡ। ਉਹ ਕਹਿੰਦੇ ਮੈਂ ਸਾਰੀ ਗੱਲ ਤੁਹਾਡੀ ਸਮਝਦਾ, ਕੈਪਟਨ ਸਾਹਿਬ ਨੇ ਉਹਨਾਂ ਦੀ ਡਿਊਟੀ ਲਾਈ ਸੀ ਉਦੋਂ ਦੇ ਮੁੱਖ ਮੰਤਰੀ ਸਾਹਿਬ ਨੇ। ਕਹਿੰਦੇ ਮੈਂ ਸਾਰੀ ਗੱਲ ਤੁਹਾਡੀ ਸਮਝਦਾ, ਮੈਨੂੰ ਕੈਪਟਨ ਸਾਹਿਬ ਨੇ ਹਰੀ ਝੰਡੀ ਦੇਤੀ, ਟੈਕਸ ਤੁਹਾਡਾ ਮੈਂ 31/3/2022 ਤੱਕ ਮਾਫ ਕਰੂੰਗਾ। ਇਸ ਕਰਕੇ ਤੁਸੀਂ ਨਹੀਂ ਭਰਿਆ? ਅਸੀਂ ਨਹੀਂ, ਸਾਰੇ ਪੰਜਾਬ ਨੇ ਹੀ ਨਹੀਂ ਭਰਿਆ। ਠੀਕ ਹੈ। ਇਹਨਾਂ ਨੇ ਰੋਕਤਾ ਵੀ ਲੋੜ ਨਹੀਂ ਭਰਨ ਦੀ, ਮੈਂ ਆਪੇ ਤੁਹਾਡਾ ਮਾਫ ਕਰੂੰਗਾ। ਕੋਵਿਡ ਕਰਕੇ ਅਸੀਂ ਛੱਡਤਾ ਵੀ ਚਲੋ ਠੀਕ ਆ ਜੀ, ਜੇ ਤੁਸੀਂ ਮਾਫ ਕਰੋਗੇ। ਕਹਿੰਦੇ ਪਰ ਸਰਵਿਸ ਉਵੇਂ ਜਿਵੇਂ ਚਾਲੂ ਰੱਖੋ, ਲੋਕਾਂ ਨੂੰ ਸਹੂਲਤ ਦਿਓ। ਅਸੀਂ ਦੇ ਹੀ ਗਏ ਜੀ। ਫੋਰਚੂਨੇਟਲੀ ਕੈਪਟਨ ਸਾਹਿਬ ਗੱਦੀਓਂ ਲੈ ਗਏ ਤੇ ਸਰਕਾਰ ਚੇਂਜ ਹੋ ਗਈ, ਚੰਨੀ ਸਾਹਿਬ ਬਣ ਗਏ ਤੇ ਸਾਡੀ ਮਾੜੀ ਕਿਸਮਤ ਨੂੰ ਟਰਾਂਸਪੋਰਟਰਾਂ ਦੀ ਇਹ ਮੰਤਰੀ ਜੀ ਸਾਡੇ ਟਰਾਂਸਪੋਰਟ ਮੰਤਰੀ ਬਣ ਗਏ। ਇਹ ਉਹ ਸਾਰੀਆਂ ਗੱਲਾਂ ਤੋਂ ਮੁੱਕਰ ਗਏ ਤੇ ਅਸੀਂ ਹੁਣ ਸਾਰੇ ਜਣੇ ਜਿੰਨੇ ਓਪਰੇਟਰ ਆ ਸਾਰੇ ਡਿਫਾਲਟ ਆ A to Z। ਇਹ ਕਹਿੰਦੇ ਚੋਰ ਆ ਇਹ। ਹੁਣ ਤੁਸੀਂ ਦੱਸੋ ਵੀ ਇਹਨੂੰ ਚੋਰ ਕਹੋਗੇ ਕਿ ਇਹਨੂੰ ਡਿਫਾਲਟ ਕਹੋਗੇ? ਅਸੀਂ ਕਾਰਵਾਈ ਸਿਰਫ ਤੁਹਾਡੀਆਂ ਬੱਸਾਂ ਦੇ ਖਿਲਾਫ ਹੋਈ ਹੈ ਕਿ ਟੋਟਲ ਕਿੰਨੀ ਹੈ ਜਿਨ੍ਹਾਂ ਦੇ ਖਿਲਾਫ ਇਹ ਕੀਤੀ ਗਈ ਹੈ? ਕਾਰਵਾਈ ਤਾਂ ਦੇਖੋ ਛੋਟੇ ਛੋਟੇ ਓਪਰੇਟਰਸ ਤੇ ਕਾਫੀ ਹੋਈ ਆ, ਸਾਰਿਆਂ ਤੇ ਹੋਈ ਆ। 2-2 4-4 ਬੱਸਾਂ ਸਭ ਦੀਆਂ ਅੰਦਰ ਦਿੱਤੀਆਂ, ਪਰ ਮੇਰੇ ਤੇ ਕੁਝ ਜ਼ਿਆਦਾ ਮਿਹਰਬਾਨ ਹੋਏ ਆ ਕਿਉਂਕਿ ਮੈਂ ਡਾਇਰੈਕਟ ਰਾਈਵਲ ਆ ਇਹਨਾਂ ਦਾ। ਮੈਂ ਇਹਨਾਂ ਦੇ ਅਗੇਂਸਟ ਇਲੈਕਸ਼ਨ ਲੜਨਾ, ਇਹਨਾਂ ਦੇ ਅਗੇਂਸਟ ਇਲੈਕਸ਼ਨ ਲੜਨ ਕਰਕੇ ਹਲਕੇ ਦੇ ਵਿੱਚੋਂ ਹਿੱਲੇ ਪਏ ਆ, ਖੋਖਲੇ ਹੋਏ ਪਏ ਆ ਹਲਕੇ 'ਚੋਂ। ਉਹਦੇ ਕਰਕੇ ਥੋੜ੍ਹਾ ਜਿਹਾ ਡਰ ਰਹੇ ਆ। ਇਹਨਾਂ ਨੂੰ ਆਇਆ ਵੀ ਮੈਂ ਕਿਵੇਂ ਨਾ ਕਿਵੇਂ ਇਹਨਾਂ ਨੂੰ ਫਾਈਨੈਂਸ਼ਲੀ ਵੀਕ ਕਰ ਲਾਂ, ਇਹਨਾਂ ਨੂੰ ਦਬਾ ਲਾਂ, ਮੈਂਟਲੀ ਟੈਨਸ਼ਨ ਕਰ ਲਾਂ, ਹਲਕੇ 'ਚ ਨਾ ਵੜਨ, ਆਪਦੇ ਕਾਰੋਬਾਰ 'ਚ ਭੱਜੇ ਫਿਰਨ। ਇਹੋ ਜਿਹੇ ਕਾਰਨਾਂ ਕਰਕੇ ਇਹਨਾਂ ਨੇ ਮੇਰੇ ਇਕੱਲੇ ਦੀਆਂ 60 ਬੱਸਾਂ ਅੰਦਰ ਦਿੱਤੀਆਂ, ਬਾਕੀ ਕਿਸੇ ਦੀਆਂ 2 ਕਿਸੇ ਦੀਆਂ 3 ਕਰਾ ਕੇ ਟੋਟਲ ਪੰਜਾਬ ਦੇ ਵਿੱਚ 500 ਬੱਸ ਅੰਦਰ ਦੇ ਰੱਖੀ ਇਹਨਾਂ ਨੇ। ਮਤਲਬ ਸਿੱਧੇ ਤੌਰ ਤੇ ਪੋਲੀਟੀਕਲੀ ਵੈਂਡੇਟਾ ਕੀਤਾ ਜਾ ਰਿਹਾ ਹੈ ਡਾਇਰੈਕਟ। ਤੁਸੀਂ ਮੈਨੂੰ ਐਂ ਦੱਸੋ ਜੀ, ਪੰਜਾਬ 'ਚ ਸਾਰੇ ਓਪਰੇਟਰ ਮਤਲਬ ਕਿ ਡਿਫਾਲਟਰ ਆ ਤੇ ਪਰਮਿਟ ਇਕੱਲੇ ਮੇਰੇ ਦੇ ਕੈਂਸਲ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਜੀ। ਅੱਗੇ ਹੁਣ ਕੀ ਰੁਖ ਕਰੋਗੇ, ਕਿਸ ਤਰੀਕੇ ਨਾਲ? ਠੀਕ ਇਲੈਕਸ਼ਨ ਤਾਂ ਲੜਨੇ, ਪ੍ਰਧਾਨ ਸਾਹਿਬ ਨੇ ਤੁਹਾਡੇ ਟਿਕਟ ਅਨਾਉਂਸ ਕਰ ਦਿੱਤੀ ਹੈ, ਪਰ ਤੁਸੀਂ ਆਪਣਾ ਕਾਰੋਬਾਰ ਦੀ ਅੱਗੋਂ ਕਿਸ ਤਰੀਕੇ ਨਾਲ ਜਾਓਗੇ ਕਿ ਉਸ ਨੂੰ ਬਚਾਇਆ ਜਾਵੇ? ਨਹੀਂ, ਜਿਹੜਾ ਤਾਂ ਹੈਗਾ ਭਾਈ ਸਾਹਿਬ ਕਾਰੋਬਾਰ ਦੀ ਗੱਲ, ਇਹ ਤਾਂ ਹਾਈ ਕੋਰਟ ਦੇ ਵਿੱਚ ਅਸੀਂ ਅਪੀਲ ਕਰਾਂਗੇ। ਮਾਨਯੋਗ ਹਾਈ ਕੋਰਟ ਤੇ ਸਾਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ, ਕਿਉਂਕਿ ਟੋਟਲ ਆਊਟ ਆਫ ਦੀ ਵੇ ਜਾ ਕੇ ਕਾਨੂੰਨ ਨੂੰ ਛਿੱਕੇ ਟੰਗ ਕੇ, ਹਾਈ ਕੋਰਟ ਨੂੰ ਵੀ ਛਿੱਕੇ ਟੰਗ ਕੇ, ਕਿਉਂਕਿ ਹਾਈ ਕੋਰਟ ਦੇ ਹੁਕਮਾਂ ਤੇ ਅਸੀਂ ਅਪੀਲ ਪਾਈ ਵੀ ਹੈ ਸਟੇਟ ਟਰਾਂਸਪੋਰਟ ਕਮਿਸ਼ਨਰ ਸਾਹਿਬ ਕੋਲੇ, ਉਹਨਾਂ ਨੂੰ ਵੀ ਇਹਨਾਂ ਨੇ ਛਿੱਕੇ ਟੰਗਤਾ। ਉਹਨਾਂ ਨੇ ਕੁਝ ਕਿਹਾ? ਐਸਟੀਸੀ ਵੱਲੋਂ ਕੁਝ ਆਇਆ ਜਵਾਬ? ਕੋਈ ਜਵਾਬ ਹੀ ਨਹੀਂ ਆਇਆ ਭਾਈ ਸਾਹਿਬ। ਅਪੀਲ ਸਾਡੀ ਪੈਂਡਿੰਗ ਪਈ ਆ, ਉਹੀ ਤਾਂ ਅਸੀਂ ਹੈਰਾਨ ਆ। ਕਦੋਂ ਤੋਂ ਚੱਲ ਰਿਹਾ? ਕਦੋਂ ਤੋਂ ਮਤਲਬ ਇਹ ਤੁਹਾਡੇ ਪਰਮਿਟ ਕੈਂਸਲ ਕਰਦੇ? ਕਦੋਂ ਤੁਹਾਡੀਆਂ ਬੱਸਾਂ ਜਿਹੜੀਆਂ ਬੰਦ ਪਈਆਂ ਨੇ? ਕਿੰਨਾ ਕੁ ਨੁਕਸਾਨ ਝੇਲਣਾ ਪੈ ਰਿਹਾ? ਪਰਮਿਟ ਜਿਹੜੇ ਸਾਡੇ ਹੈਗੇ ਜੀ ਉਹ ਤਾਂ ਕੀਤੇ ਇਹਨਾਂ ਨੇ ਪਰਸੋਂ ਕੈਂਸਲ। ਠੀਕ ਹੈ, ਰਾਈਟ। ਜਿਹੜੇ ਸਾਡੀ ਅਪੀਲ ਚੱਲ ਰਹੀ ਹੈ ਜੀ 3 ਤਰੀਕ ਦੀ, 3 ਤਰੀਕ ਨੂੰ ਅਸੀਂ ਅਪੀਲ ਪਾਤੀ ਸੀ ਆਫਟਰ ਦਾ ਹਾਈ ਕੋਰਟਸ ਆਰਡਰਸ। ਉਹ ਬੱਸਾਂ ਸਾਡੀਆਂ ਜਿੱਦਾਂ ਮਾਸ਼ਾਅੱਲਾ ਨੇ ਸਹੁੰ ਚੱਕ ਲਈ ਸੀ, ਆਉਂਦੇ ਪਹਿਲਾਂ ਸਾਡੀਆਂ 5 ਬੱਸਾਂ ਅੰਦਰ ਦਿੱਤੀਆਂ ਸੀ। ਤੋਹਫਾ ਤਾਂ ਸਾਨੂੰ ਆਉਂਦਿਆਂ ਨਹੀਂ ਦੇਤਾ ਸੀ ਇਹਨਾਂ ਨੇ।
ਤੇ ਉਸ ਤੋਂ ਬਾਅਦ ਫਿਰ ਰੋਜ਼ ਕਦੇ 2 ਕਦੇ 4 ਕਦੇ 5 ਕਦੇ 7 ਕਦੇ 10 ਐਂ ਚੱਲਦੀਆਂ। ਮੰਤਰੀ ਸਾਹਿਬ ਜਦੋਂ ਵੀ ਇਸ ਬਾਰੇ ਗੱਲਬਾਤ ਕਰਦੇ ਨੇ ਕਿਤੇ ਵੀ ਪਲੇਟਫਾਰਮ ਤੇ, ਉਹ ਕਹਿੰਦੇ ਅਸੀਂ ਤਾਂ ਜਿਹੜਾ ਮਾਫੀਆ ਦੀ ਗੱਲ ਹੁੰਦੀ ਸੀ, ਕਿਉਂਕਿ ਉਹਨਾਂ ਦੇ ਏਜੰਡੇ ਤੇ ਵੀ ਇਹ 18 ਨੁਕਤੇ ਏਜੰਡੇ ਦੀ ਗੱਲ ਕਰਦੇ ਨੇ, ਕਦੀ 5 ਦੀ ਕਰਦੇ ਨੇ ਕਿ ਅਸੀਂ ਟਰਾਂਸਪੋਰਟ ਮਾਫੀਆ ਜਿਹੜਾ ਹੈ ਉਹਨੂੰ ਨੱਥ ਪਾਣੀ, ਉਸੇ ਤਹਿਤ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਤੁਸੀਂ ਕਹਿੰਦੇ ਹੋ ਕਿ ਸਿਰਫ ਪੋਲੀਟੀਕਲੀ ਵੈਂਡਟ ਹੈ, ਲੋਕ ਕੀ ਸਮਝਣ? ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆਉਂਦੀ ਵੀ ਇਹ ਮਾਫੀਆ ਰੌਲਾ ਪਾ ਰਿਹਾ। ਵਾਟ ਇਜ਼ ਮਾਫੀਆ? ਸਰਕਾਰ ਦੇ ਕਮਾਊ ਪੁੱਤਾਂ ਜੀ, ਅਸੀਂ ਟੈਕਸ ਦਿੰਦੇ ਹਾਂ ਗਵਰਨਮੈਂਟ ਨੂੰ, ਟੈਕਸ ਦੇ ਕੇ ਫਿਰ ਅਸੀਂ ਆਪਰੇਟ ਕਰਦੇ ਹਾਂ ਪਰਮਿਟਾਂ ਨੂੰ। ਮੈਨੂੰ ਮਾਫੀਆ ਇਹਨਾਂ ਨੇ ਇੱਕ ਗੱਲ ਬਣਾ ਲਈ, ਜੇ ਆਪਾਂ ਕਿਸੇ ਨੂੰ ਚੋਰ ਕਹਿਣ ਲੱਗ ਜਾਈਏ ਤੇ ਉਹ ਸਾਰੇ ਮਗਰ ਚੋਰ ਕਹਿ ਕੇ ਭੱਜ ਲੈਂਦੇ ਆ। ਥੋੜੀ ਗੱਲ ਮੈਂ ਵੀ ਕਲੀਅਰ ਕਰਨਾ ਤਾਂ ਲੋਕੀ ਵੀ ਸਮਝ ਲੈਣਗੇ ਉਸ ਗੱਲ ਨੂੰ। ਦਲੀਲ ਜਿਹੜੀ ਦਿੱਤੀ ਜਾਂਦੀ ਹੈ ਕਿ ਬਈ ਇੱਕ ਰੂਟ ਮਿਲਿਆ ਹੁੰਦਾ ਹੈ, ਉਹਦੇ 'ਤੇ ਅਸੀਂ ਜਿਹੜੇ ਮਾਫੀਆ ਤਾਂ ਕਹਿੰਦੇ ਆ ਕਿ 3 ਬੱਸਾਂ ਚਲਾਈ ਜਾਂਦੇ ਨੇ, ਜਿਹੜੀਆਂ ਸਰਕਾਰੀ ਬੱਸਾਂ ਉਹਨਾਂ ਨੂੰ ਸਮਾਂ ਨਹੀਂ ਮਿਲਦਾ, ਇਸ ਕਰਕੇ ਉਹਨਾਂ ਨੂੰ ਮਾਫੀਆ ਦਾ ਨਾਮ ਦਿੱਤਾ ਜਾਂਦਾ ਹੈ। ਟੈਕਸ ਦੀ ਚੋਰੀ ਕੀਤੀ ਜਾਂਦੀ ਹੈ, ਇਸ ਕਰਕੇ ਮਾਫੀਆ ਦਾ ਨਾਮ ਦਿੱਤਾ ਜਾਂਦਾ ਹੈ। ਤੁਸੀਂ ਕਹਿੰਦੇ ਮਾਫੀਆ ਕੀ ਹੈ? ਤੁਸੀਂ ਇਸ ਨੂੰ ਗੱਲ ਨੂੰ ਥੋੜਾ ਕਲੀਅਰ ਕਰ ਦਿਓ ਤਾਂ ਕਿ ਜਿਹੜਾ ਚਲੋ ਠੀਕ ਹੈ ਚੋਰ ਕਿਹਾ ਜਾ ਰਿਹਾ, ਤੁਸੀਂ ਕਲੀਅਰ ਵੀ ਕਰ ਦਿਓ ਉਸ ਨੂੰ। ਮੈਂ ਇਹਨਾਂ ਨੂੰ ਸਵਾਲ ਕਰਦਾ ਤੁਹਾਡੇ ਮਾਧਿਅਮ ਜ਼ਰੀਏ, ਮੰਤਰੀ ਜੀ ਨੂੰ 1.5 ਮਹੀਨਾ ਹੋ ਗਿਆ ਮੰਤਰੀ ਬਣਿਆ ਨੂੰ, ਇਹਨਾਂ ਨੂੰ ਪੁੱਛ ਲਓ ਕਿ ਹਜੇ ਤੱਕ ਇੱਕ ਵੀ ਵਿਦਆਊਟ ਪਰਮਿਟ ਬੱਸ ਫੜੀ ਆ ਕੋਈ? ਇਹਨਾਂ ਨੂੰ ਪੁੱਛ ਲਓ। ਮੈਂ ਮੰਨ ਲੂੰ ਵੀ ਟਰਾਂਸਪੋਰਟ ਮਾਫੀਆ। ਜਿਹੜੀਆਂ ਬੱਸਾਂ ਕੋਲੇ ਭਾਈ ਸਾਹਿਬ ਵੈਲਿਡ ਪਰਮਿਟ ਆ, ਵੈਲਿਡ ਟਾਈਮ ਟੇਬਲ ਆ, ਬੱਸ ਸਟੈਂਡ ਦੇ ਕਾਊਂਟਰਸ ਤੋਂ ਲਾ ਕੇ ਚੱਲਦੀਆਂ, ਹਾਊ ਕੈਨ ਇਟ ਬੀ ਮਾਫੀਆ? ਟੈਕਸ ਅਸੀਂ ਪੇ ਕਰਦੇ ਹਾਂ, ਹੁਣ ਤੱਕ ਪੂਰਾ ਪੇ ਕਰ ਰਹੇ। ਕਰਨ ਦਾ ਤਰੀਕਾ ਕੀ ਹੁੰਦਾ ਹੈ? ਕਿਉਂਕਿ ਇਹੀ ਕਿਹਾ ਜਾਂਦਾ ਕਿ 4 ਬੱਸਾਂ ਲਾ ਲਈਆਂ, ਇੱਕ ਦਾ ਨਹੀਂ, ਇੱਕ ਟੈਕਸ ਬਚਾ ਲਿਆ, 3 ਦਾ 1 ਦੇ ਦਿੱਤਾ, ਕਿਉਂਕਿ ਇੱਕ ਟੈਕਨੀਕਲ ਚੀਜ਼ਾਂ ਜਿਹੜੀ ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ। ਤੁਸੀਂ ਦੱਸੋ ਕਿ ਟੈਕਸ ਦੀ ਚੋਰੀ ਦੀ ਜਿਹੜੀ ਗੱਲ ਹੁੰਦੀ ਹੈ, ਚਲੋ 2.5 ਕਰੋੜ ਰੁਪਈਆ ਕਹਿੰਦੇ, ਉਹ ਕਹਿ ਦੇਣਗੇ ਕਿ 2.5 ਕਰੋੜ ਇਹਨਾਂ ਨੇ ਨਹੀਂ ਦਿੱਤਾ ਸੀ, ਇਸ ਕਰਕੇ ਅਸੀਂ ਬੰਦ ਕਰਤੀਆਂ, ਹੋਰ ਵੀ ਦਲੀਲਾਂ ਦਿੱਤੀਆਂ ਜਾਣਗੀਆਂ। ਉਹ ਤਾਂ ਅਸੀਂ ਖੁਦ ਮੰਨ ਰਹੇ ਹਾਂ ਵੀ ਨਹੀਂ ਦਿੱਤਾ। ਉਹ ਤੁਸੀਂ ਮਨਪ੍ਰੀਤ ਬਾਦਲ ਬਾਰੇ ਦੱਸ ਦਿੱਤਾ। ਹਾਂ, ਉਹ ਤਾਂ ਅਸੀਂ ਮੰਨ ਰਹੇ ਹਾਂ ਵੀ ਨਹੀਂ ਦਿੱਤਾ ਯਾਰ, ਕਿਉਂਕਿ ਉਹ ਚੋਰੀ ਨਹੀਂ ਭਾਈ ਸਾਹਿਬ, ਉਹ ਅਸੀਂ ਡਿਫਾਲਟਰ, ਅਸੀਂ ਖੁਦ ਮੰਨ ਰਹੇ ਹਾਂ ਵੀ ਨਹੀਂ ਦਿੱਤਾ। ਚੋਰ ਕਦੇ ਮੰਨਦਾ ਹੁੰਦਾ ਵੀ ਮੈਂ ਚੋਰੀ ਕੀਤੀ ਹੈ? ਅੱਛਾ, ਕਿਹੜੇ ਡਿਫਾਲਟਰ ਹੈਗੇ ਨੇ ਫਿਲਹਾਲ? ਚਾਹੇ ਕਿਉਂਕਿ ਸਰਕਾਰ ਕਾਂਗਰਸ ਦੀ ਹੈ, ਪੋਲੀਟੀਕਲ ਵੈਂਡੇਟਾ ਦੀ ਤੁਸੀਂ ਗੱਲ ਕਰਦੇ ਹੋ, ਕਾਂਗਰਸ ਦੇ ਵੀ ਬੜੇ ਲੀਡਰ ਜਿਨ੍ਹਾਂ ਦੇ ਬੱਸਾਂ ਚੱਲਦੀਆਂ ਨੇ, ਤੁਹਾਡੇ ਕੋਲ ਕੋਈ ਡਾਟਾ ਇੱਦਾਂ ਦਾ ਹੈ ਜਿੰਦੇ 'ਤੇ ਪਤਾ ਲੱਗੇ ਕਿ ਬਈ ਮੈਂ ਡਿਫਾਲਟਰ ਬਣਿਆ, ਮੇਰੇ ਤਾਂ ਕਾਰਵਾਈ ਕਰ ਦਿੱਤੀ, ਇੰਨੇ ਆ ਦੇਖੋ ਸਾਰੇ ਵੀ ਚੱਲੀ ਜਾਂਦੇ? ਸਰਦਾਰ ਅਵਤਾਰ ਸਿੰਘ ਹੈਨਰੀ, ਕਰਤਾਰ ਬੱਸ ਸਰਵਿਸ, ਕਿੱਕੀ ਢਿੱਲੋਂ ਜੀ, ਗ੍ਰੀਨ ਰੋਡਵੇਜ਼, ਨਿਊ ਪਿਆਰ ਬੱਸ ਸਰਵਿਸ, ਡਿੰਪਾ ਜੀ, ਇਹਨਾਂ ਨੂੰ ਐਂ ਪੁੱਛੋ ਵੀ ਉਹਨਾਂ ਦੀ ਕਿੰਨੀ ਬੱਸਾਂ ਅੰਦਰ ਦਿੱਤੀਆਂ। ਮੈਂ ਮੰਨ ਲੂੰਗਾ ਵੀ ਬਹੁਤ ਤਕੜਾ ਮੰਤਰੀ ਆ, ਉਧਰ ਨੂੰ ਤਾਂ ਪੈਰ ਨਹੀਂ ਕਰਦੇ, ਮੂੰਹ ਨਹੀਂ ਕਰਦੇ ਉਸ ਪਾਸੇ ਨੂੰ। ਇਹਨਾਂ ਨੂੰ ਕਹੋ ਜੀ ਬਹੁਤ ਵੱਡਾ ਤੂੰ ਮੰਤਰੀ ਆ ਨਾ, ਮੈਂ ਸਭ ਨੂੰ ਇੱਕੋ ਹੀ ਰੱਸੇ ਰੱਖਿਆ, ਮੈਂ ਐਂ ਕਰ ਦੂੰ, ਮੈਂ ਐਂ ਕਰ ਦੂੰ, ਤੇ ਉੱਥੇ ਜਾ ਕੇ ਫਿਰ ਕਿਉਂ ਪੈਰ ਤੁਹਾਡੇ ਪਿਛਾਂਹ ਨੂੰ ਆਉਣ ਲੱਗ ਜਾਂਦੇ ਆ? ਉੱਥੇ ਵੀ ਦਿਓ ਨਾ ਜਾਂ ਤਾਂ ਅੰਦਰ, ਫਿਰ ਤਾਂ ਮੰਨਾ। 2 ਕਰੋੜ ਤੋਂ ਉੱਪਰ ਹੈਨਰੀ ਸਾਹਿਬ ਦਾ ਡਿਊ ਆ ਜੀ, ਦਿਓ ਉਹਨਾਂ ਦੀ 60 ਬੱਸਾਂ ਅੰਦਰ। ਆ ਕਰ ਰਾਜੂ ਆਤਨ ਨੂੰ ਹੈ ਜੀ, ਉਹ ਡਿਫਾਲਟਰ ਨੇ ਪਰ ਚੱਲ ਨਹੀਂ ਰਹੇ ਜੀ, ਪੂਰੇ ਧੱਕੜ ਤਰੀਕੇ ਨਾਲ ਚੱਲ ਰਹੇ ਆ। ਇਵੇਂ ਜਿਵੇਂ ਗ੍ਰੀਨ ਰੋਡਵੇਜ਼ 1 ਕਰੋੜ ਤੋਂ ਉੱਤੇ ਡਿਊ ਆ, ਪੂਰੇ ਧੱਕੜ ਤਰੀਕੇ ਨਾਲ ਚੱਲਦੇ ਆ। ਇਹਨੂੰ ਚੂ ਨਹੀਂ ਕਰਨ ਦਿੰਦੇ ਫਰੀਦਕੋਟ ਜਾ ਕੇ ਕਵੇ ਨਾ ਮੈਂ ਦਿੰਦਾ ਅੰਦਰ। ਇਵੇਂ ਜਿਵੇਂ ਉਹ ਡਿੰਪੇ ਭਾਊ ਹੀ ਆ, ਮੜਾ ਨੇੜੇ ਤਾਂ ਹੋਏ ਬੱਸ ਤੇ ਉਹਨਾਂ ਦੇ। ਇੱਕ ਵਾਰੀ ਬੱਸ ਸਟੈਂਡ 'ਚ ਗਿਆ ਸੀ ਅੰਮ੍ਰਿਤਸਰ, ਉਹਨਾਂ ਦੀ ਬੱਸ ਐਂ ਪਿੱਛੇ ਖੜੀ ਸੀ, ਉਹਦੇ ਵੱਲ ਐਂ ਖੜਾ ਸੀ ਪਿੱਟ ਕਰੀ, ਤੇ ਥੱਲੇ ਕਮੈਂਟ ਆ ਰਹੇ ਸੀ ਵੀ ਮਗਰ ਵੀ ਝਾਕ ਲਾ। ਹਰ ਥਾਂ ਤੇ ਇਹਦੀ ਆਦਤ ਲਾਈਵ ਹੁੰਦੀ, ਜਿਵੇਂ ਮੈਂ ਖੜਾ ਤੇ ਮੇਰੇ ਪਿੱਛੇ ਨਿਊ ਪਿਆਰ ਬੱਸ ਖੜੀ ਹੋਵੇ ਬੱਸ ਸਟੈਂਡ 'ਚ, ਉਹ ਥੱਲੇ ਪਿੱਛੇ ਕਮੈਂਟਸ ਵੇਖੇ ਮੈਂ, ਉਹ ਕਹਿੰਦੇ ਜੀ ਮਗਰ ਵੀ ਝਾਕ ਲਾ ਮਾੜਾ ਜਾ, ਵੀ ਆਹ ਕਿਹਦੀ ਖੜੀ ਹੈ, ਦੇ ਅੰਦਰ, ਇਹਦਾ ਵੀ ਟੈਕਸ ਡਿਊ ਆ, ਔਰ ਨਾਲੇ ਚੱਲਦੀ ਵੀ ਨਜਾਇਜ਼ ਆ। ਇਹ ਵੀ ਤੁਹਾਨੂੰ ਦੱਸ ਦਿੰਦਾ। ਕਿੰਨਾ ਨੁਕਸਾਨ ਕਿੰਨਾ ਸਹਿਣਾ ਪੈ ਰਿਹਾ ਤੁਹਾਨੂੰ ਹਰ ਰੋਜ਼ ਦਾ? 5-6 ਲੱਖ ਰੁਪਈਆ ਰੋਜ਼ ਦਾ, ਡੇਲੀ। ਕਿੰਨੇ ਮੁਲਾਜ਼ਮ ਨੇ ਤੁਹਾਡੇ ਕੋਲ? 500-600 ਮੁਲਾਜ਼ਮ ਆ ਜੀ। ਕੀ ਮਤਲਬ ਠੀਕ ਹੈ, ਕੋਈ ਸਰਕਾਰ ਨੂੰ ਵੀ ਅਜੇ ਤਕਰੀਬਨ ਮਹੀਨਾ 1.5 ਮਹੀਨਾ ਪਿਆ ਕੋਡ ਆਫ ਕੰਡਕਟ ਲੱਗਣਾ, ਕੀ ਰਣਨੀਤੀ ਰਹੇਗੀ? ਉਨੀ ਦੇਰ ਇਹ ਬੇਰੁਜ਼ਗਾਰ ਰਹਿਣਗੇ? ਕੀ STC ਨਾਲ ਕੋਈ ਗੱਲ ਨਹੀਂ ਕੀਤੀ ਜਾ ਸਕਦੀ? ਸਰਕਾਰ ਨਾਲ ਕੋਈ ਗੱਲ ਨਹੀਂ ਕੀਤੀ ਜਾ ਸਕਦੀ? CM ਸਾਹਿਬ ਨਾਲ ਨਹੀਂ ਗੱਲ ਕੀਤੀ ਜਾ ਸਕਦੀ? ਪੋਲੀਟੀਕਲ ਵੈਂਡੇਟਾ ਦੀ ਤੁਸੀਂ ਗੱਲ ਕਰਦੇ ਹੋ, ਤੁਹਾਡੇ ਪ੍ਰਧਾਨ ਸਾਹਿਬ ਕਿੱਥੇ ਨੇ? ਉਹ ਕੁਝ ਕਰਨ ਜਾ ਰਹੇ ਨੇ, ਤੁਸੀਂ ਕੁਝ ਕਰਨ ਜਾ ਰਹੇ ਹੋ, ਤੁਸੀਂ ਸਿੱਧੇ ਤੌਰ 'ਤੇ ਕਹਿ ਰਹੇ ਹੋ ਕਿ ਮੇਰੇ ਖਿਲਾਫ ਕੀਤੀ ਜਾ ਰਹੀ, ਕਾਂਗਰਸ ਖਿਲਾਫ ਨਹੀਂ ਕੀਤੀ ਜਾ ਰਹੀ। ਭਾਈ ਸਾਹਿਬ ਇਹਦਾ ਇੱਕੋ ਹੀ ਇਲਾਜ ਆ, ਕਿਸੇ ਨੇ ਨਾ ਚੰਨੀ ਸਾਹਿਬ ਕੋਈ ਇੰਟਰਸਟ ਲੈ ਰਹੇ ਆ, ਉਹਨਾਂ ਨੂੰ ਤਾਂ ਐਂ ਵਧੀਆ ਰੌਲਾ ਰੱਪਾ ਪਿਆ ਹੋਇਆ, ਚਲੋ ਆਪਾਂ ਫਿੱਟਾ ਕੰਮ। ਸੁੱਖੀ ਸਾਹਿਬ ਇਹਨਾਂ ਦੇ ਨਾਲ ਹੀ ਰਲੇ ਵੇ ਆ, ਸਿੱਧੂ ਸਾਹਿਬ ਦਾ ਤੁਹਾਨੂੰ ਪਤਾ ਹੀ ਆ, ਰੋਜ਼ ਕਮਲ ਕੁੱਟਦੇ ਤੁਰੇ ਫਿਰਦੇ ਆ, ਵਿੱਚ ਹੀ ਉਹ ਰਲੇ ਵੇ ਆ। ਸਿੱਧੂ ਸਾਹਿਬ ਤਾਂ ਜਿਹੜੇ ਆਪਣੇ ਇਦੋਂ ਪਹਿਲਾਂ ਟਰਾਂਸਪੋਰਟ ਮੰਤਰੀ ਸੀ ਰਜ਼ੀਆ ਸੁਲਤਾਨਾ ਜੀ, ਹੁਣ ਵੇਖਿਆ ਜਾਵੇ ਤਾਂ ਉਹ ਵੀ ਡਿਫਾਲਟਰ ਹੀ ਸੀ ਨਾ ਇੱਕ ਤਰ੍ਹਾਂ ਦੇ, ਜਿਹੜਾ 6,4500 ਕਰੋੜ 6,6500 ਕਰੋੜ ਰੁਪਈਆ ਟਰਾਂਸਪੋਰਟ ਨੂੰ ਘਾਟਾ ਪਿਆ, ਉਹ ਵੀ ਤਾਂ ਫਿਰ ਜ਼ਿੰਮੇਦਾਰ ਹੋ ਗਏ ਨਾ। ਤੇ ਉਹਨਾਂ ਦੇ ਹਸਬੈਂਡ ਨੂੰ ਸਿੱਧੂ ਸਾਹਿਬ ਨੇ ਆਪਦਾ ਸਲਾਹਕਾਰ ਬਣਾਇਆ ਹੋਇਆ,
ਤੇ ਫਿਰ ਹੁਣ ਸਾਰੀ ਕੁਤੀਆ ਚੋਰ ਨਾਲ ਰਲੀ ਵੀ ਹੈ ਜੀ, ਮੈਂ ਕੀ ਆਕਾਂ। ਤੇ ਸਾਨੂੰ ਚੋਰ ਦੱਸੀ ਜਾਂਦੇ ਆ, ਹੈ ਆਪ ਇਹ। ਫਿਰ ਮੈਂ ਦੱਸੋ ਹੁਣ ਕੀ ਦੱਸਾਂ ਤੁਹਾਨੂੰ। ਇਹਨਾਂ ਕੋਲੋਂ ਸਾਨੂੰ ਭਾਈ ਸਾਹਿਬ ਕੋਈ ਉਮੀਦ ਦੀ 1% ਵੀ ਕੋਈ ਉਮੀਦ ਨਹੀਂ ਇਨਸਾਫ ਦੀ। ਸਿੱਧੀ ਹਾਈ ਕੋਰਟ ਇਨਸਾਫ ਦਾ ਟੈਂਪਲ ਆ ਉਹ, ਉੱਥੋਂ ਸਾਨੂੰ ਇਨਸਾਫ ਅਵਸ਼ ਮਿਲੇਗਾ, 100% ਮਿਲੇਗਾ, ਕਿਉਂਕਿ ਉਹਨਾਂ ਦੇ ਹੁਕਮਾਂ ਨੂੰ ਵੀ ਇਹਨਾਂ ਨੇ ਛਿੱਕੇ ਟੰਗਿਆ। ਤੇ ਉਹੀ ਉਮੀਦ ਆ ਜੀ, ਇਹਨਾਂ ਤੋਂ ਕੋਈ ਉਮੀਦ ਨਹੀਂ। ਬਿਲਕੁਲ, ਥੈਂਕ ਯੂ ਜੀ। ਬਿਲਕੁਲ, ਤੁਸੀਂ ਸੁਣਿਆ ਇਹਨਾਂ ਦਾ ਕਹਿਣਾ ਸੀ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹਾਂ, ਇਸ ਕਰਕੇ ਮੇਰੀਆਂ ਬੱਸਾਂ ਰੋਕੀਆਂ ਜਾ ਰਹੀਆਂ ਹਨ। ਬੜੇ ਸਾਰੇ ਉਹਨਾਂ ਨੇ ਨਾਮ ਗਿਣਾਏ ਕਿ ਉਹ ਕਾਂਗਰਸ ਲੀਡਰ ਨੇ, ਉਹ ਵੀ ਡਿਫਾਲਟਰ ਨੇ, ਪਰ ਉਹਨਾਂ ਦੀਆਂ ਬੱਸਾਂ ਧੜਾਧੜ ਜਿਹੜੀਆਂ ਹਨ ਚਲਾਈਆਂ ਜਾ ਰਹੀਆਂ ਹਨ। ਕੈਮਰਾਮੈਨ ਅਮਨ ਦੇ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਨੀ।